ਹੈਲੋ एवरीवन ਵੈਲਕਮ ਟੂ ਸੀਬੀਸੀ ਅਕੈਡਮੀ ਔਰ ਮੈਂ ਹਾਂ ਅਰੁਣ ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਣੀ ਟੌਪ 500 ਹਿਸਟਰੀ ਦੇ ਕੁਐਸਚਨ। ਸੋ ਆਪਾਂ ਮਾਡਰਨ ਹਿਸਟਰੀ ਹੁਣੇ ਕਰ ਰਹੇ ਹਾਂ ਅਤੇ ਆਲਮੋਸਟ ਆਪਾਂ ਬਹੁਤ ਸਾਰੇ ਟੌਪਿਕ ਕਰ ਚੁੱਕੇ ਹਾਂ, ਜਿਵੇਂ ਕਿ ਰੈਵੋਲੂਸ਼ਨਰੀ ਮੂਵਮੈਂਟਸ ਕਰ ਚੁੱਕੇ ਹਾਂ, ਸਵਦੇਸ਼ੀ ਮੂਵਮੈਂਟ ਬਾਰੇ ਆਪਾਂ ਪੜ੍ਹਿਆ, ਨਿਊਜ਼ਪੇਪਰਸ ਬਾਰੇ ਪੜ੍ਹਿਆ, ਸੋਸ਼ਲ ਐਂਡ ਰਿਲੀਜੀਅਸ ਰਿਫੋਰਮਸ ਮੂਵਮੈਂਟ ਬਾਰੇ ਪੜ੍ਹਿਆ ਅਤੇ ਜਿਹੜੀ ਆਪਣੀਆਂ ਪੋਲੀਟੀਕਲ ਔਰਗਨਾਈਜੇਸ਼ਨ ਕਿਵੇਂ ਉੱਭਰ ਕੇ ਸਾਹਮਣੇ ਆਈਆਂ ਉਹਨਾਂ ਬਾਰੇ ਪੜ੍ਹਿਆ, ਇੰਪੋਰਟੈਂਟ ਪਰਸਨੈਲਿਟੀਜ਼ ਬਾਰੇ ਪੜ੍ਹਿਆ। ਸੋ ਹੁਣ ਜਿਹੜੀ ਆਪਾਂ ਕੁਐਸਚਨ ਪੜ੍ਹ ਰਹੇ ਹਾਂ ਉਹ ਹੋਮ ਰੂਲ ਲੀਗ ਮੂਵਮੈਂਟ ਅਤੇ ਫੈਬਨੀਅਨ ਮੂਵਮੈਂਟ ਅਤੇ ਥੀਓਸੋਫੀਕਲ ਸੁਸਾਇਟੀ ਅਤੇ ਆਪਣੇ ਜਿਹੜੇ ਗਾਂਧੀਅਨ ਮੂਵਮੈਂਟ ਦੀ ਬਿਗਨਿੰਗ ਹੈਗੀ ਉਹਦੇ 'ਤੇ ਪੜ੍ਹ ਰਹੇ ਹਾਂ। ਤਾਂ ਆਪਣਾ ਲਗਭਗ ਆਲਮੋਸਟ 5 ਤੋਂ 6 ਲੈਕਚਰ ਦੇ ਵਿੱਚ ਸਾਰੇ ਦਾ ਸਾਰਾ ਮਾਡਰਨ ਹਿਸਟਰੀ ਕੰਪਲੀਟ ਹੋ ਜੂਗੀ, ਜਿੰਨੇ ਵੀ ਕੁਐਸਚਨ ਇਹਦੇ 'ਤੇ ਬਣਦੇ ਆ। ਸੋ ਆਪਾਂ ਐਜੂਕੇਸ਼ਨ ਸਿਸਟਮ ਬਾਰੇ ਪੜ੍ਹ ਕੇ ਆਏ ਹਾਂ, ਵੁੱਡ ਡਿਸਪੈਚ ਬਾਰੇ, ਸੈਡਲਰ ਕਮਿਸ਼ਨ ਬਾਰੇ, ਹੰਟਰ ਕਮਿਸ਼ਨ ਬਾਰੇ ਸਾਰਾ ਕੁਛ ਪੜ੍ਹ ਚੁੱਕੇ ਹਾਂ ਆਪਾਂ। ਸੋ ਜਿਨ੍ਹਾਂ ਨੇ ਪ੍ਰੀਵੀਅਸ ਵੀਡੀਓ ਨਹੀਂ ਵੇਖੀਆਂ ਜਾ ਕੇ ਜ਼ਰੂਰ ਵੇਖੋ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਐਕਸਟ੍ਰੀਮਲੀ ਇੰਪੋਰਟੈਂਟ ਹੈਗੀਆਂ ਅਤੇ ਜਦੋਂ ਤੁਸੀਂ ਵੇਖੋਗੇ ਜਾ ਕੇ ਉੱਥੇ ਕੁਐਸਚਨ ਹੂ ਕੁਐਸਚਨ ਉੱਥੇ ਤੁਹਾਨੂੰ ਵੇਖਣ ਨੂੰ ਮਿਲ ਜਾਣੇ ਆ, ਠੀਕ ਹੈ ਜੀ। ਬਾਕੀ ਸਾਡੀ CBSE ਐਗਜ਼ਾਮ ਗੁਰੂ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ, ਅਤੇ ਉੱਥੇ ਡਿਵਰਸ ਬੈਨੀਫਿਟ ਜੋ ਐਪ ਦੇ ਹੈਗੇ ਤੁਸੀਂ ਉਠਾ ਸਕਦੇ ਹੋ। ਬਾਕੀ ਅਸੀਂ ਟੈਸਟ ਸੀਰੀਜ਼ ਲਾਂਚ ਕੀਤੀ ਨਾਇਬ ਤਹਿਸੀਲਦਾਰ ਲਈ, 249 ਰੁਪੀਜ਼ ਦੀ ਸਿਰਫ ਹੈਗੀ ਹੈ, ਉਹ ਤੁਸੀਂ ਪਰਚੇਜ਼ ਕਰ ਸਕਦੇ ਹੋ। 20 ਟੈਸਟ ਹੈਗੇ ਉਹਦੇ ਵਿੱਚ ਅਤੇ ਬਹੁਤ ਹੀ ਹੈਲਪਫੁਲ ਰਹੇਗੀ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਆਪਾਂ ਜਿਸ ਢੰਗ ਦੇ ਨਾਲ ਆਪਾਂ ਹੁਣ ਕੁਐਸਚਨ ਕਰ ਰਹੇ ਹਾਂ ਉਸੇ ਢੰਗ ਦੇ ਨਾਲ ਸਾਡੀ ਟੈਸਟ ਸੀਰੀਜ਼ ਦੇ ਵਿੱਚ ਵੀ ਕੁਐਸਚਨ ਅਸੀਂ ਪੁੱਟ ਕੀਤੇ ਹੋਏ ਆ, ਠੀਕ ਹੈ ਜੀ। ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ARNTANEJ07 ਦੇ, ਅਤੇ ਆਪਣੀ ਜੋ ਵੀ ਕਿਊਰੀਜ਼ ਹੈ ਪਤ ਪੁੱਛ ਸਕਦੇ ਹੋ, ਠੀਕ ਹੈ ਜੀ। ਹਾਂਜੀ, ਆਪਣਾ ਪਹਿਲਾ ਕੁਐਸਚਨ ਕਿਹੜਾ ਹੈਗਾ, ਹੂ ਅਮੰਗ ਆਫ ਦਾ ਫੋਲੋਇੰਗ ਵਾਜ਼ ਦਾ ਪ੍ਰੋਪੋਨੈਂਟ ਆਫ ਫੈਬਨਿਜ਼ਮ ਐਜ਼ ਏ ਮੂਵਮੈਂਟ। ਸੋ ਫੈਬਨਿਜ਼ਮ ਇੱਕ ਮੂਵਮੈਂਟ ਦੀ ਤਰ੍ਹਾਂ ਕੌਣ ਵੇਖ ਰਿਹਾ ਸੀਗਾ, ਕਿਹੜਾ ਇਹੋ ਜਿਹਾ ਪਰਸਨ ਸੀਗਾ ਇੰਡੀਆ ਦੇ ਵਿੱਚ? ਤਾਂ ਆਪਣਾ ਆਨਸਰ ਆ ਜਾਊਗਾ ਐਨੀ ਬੇਸੈਂਟ। ਐਨੀ ਬੇਸੈਂਟ ਦੇ ਨਾਲ ਹੋਰ ਕਿਹੜੀਆਂ ਗੱਲਾਂ ਜੁੜੀਆਂ ਹੋਈਆਂ? ਥੀਓਸੋਫੀਕਲ ਸੁਸਾਇਟੀ ਐਨੀ ਬੇਸੈਂਟ ਦੇ ਨਾਲ ਜੁੜੀ ਹੋਈ ਹੈ, ਜਿਹਦੇ ਹੈੱਡਕੁਆਟਰ ਅਦਿਆਰ ਦੇ ਵਿੱਚ ਸੀਗੇ, ਠੀਕ। ਵੈਸੇ ਜਿਹੜੀ ਥੀਓਸੋਫੀਕਲ ਮੂਵਮੈਂਟ ਹੈਗੀ ਆ ਉਹਨੂੰ ਕਿਹਨੇ ਸਟਾਰਟ ਕੀਤਾ ਸੀਗਾ? LC ਬੋਸਕੋ ਅਤੇ ਕਰਨਲ ਔਲਕੋਟ ਨੇ, ਠੀਕ ਹੈ। ਇਹ ਸਾਰਿਆਂ ਨੂੰ ਆਪਾਂ ਪ੍ਰੀਵੀਅਸ ਲੈਕਚਰ ਤੁਹਾਨੂੰ ਕਰਾਇਆ ਹੋਇਆ, ਜਿਹਨੇ ਜਾ ਕੇ ਨਹੀਂ ਵੇਖੇ ਜਾ ਕੇ ਜ਼ਰੂਰ ਵੇਖੋ, ਠੀਕ ਹੈ। ਬਾਕੀ ਪਹਿਲੇ ਫਸਟ ਵੂਮਨ ਪ੍ਰੈਜ਼ੀਡੈਂਟ ਸੀਗੇ ਕਾਂਗਰਸ ਦੇ ਐਨੀ ਬੇਸੈਂਟ, ਇਹ ਵੀ ਤੁਸੀਂ ਯਾਦ ਕਰ ਸਕਦੇ ਹੋ। ਫਸਟ ਇੰਡੀਅਨ ਵੂਮਨ ਪ੍ਰੈਜ਼ੀਡੈਂਟ ਕੌਣ ਸੀਗੇ ਕਾਂਗਰਸ ਦੇ? ਤਾਂ ਆਪਣਾ ਆਨਸਰ ਆ ਜਾਊਗਾ ਸਰੋਜਨੀ ਨਾਇਡੂ, ਠੀਕ ਹੈ। ਸੋ ਨੇਮ ਦਾ ਮੈਗਜ਼ੀਨ ਪਬਲਿਸ਼ਡ ਬਾਏ ਦਾ ਮਹਾਤਮਾ ਗਾਂਧੀ ਡਿਊਰਿੰਗ ਹਿਸ ਸਟੇ ਇਨ ਦਾ ਸਾਊਥ ਅਫਰੀਕਾ। ਐਕਸਟ੍ਰੀਮਲੀ ਇੰਪੋਰਟੈਂਟ ਹੈਗੀ ਹੈ, ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛੀ ਹੋਈ ਹੈ। ਜਦੋਂ ਮਹਾਤਮਾ ਗਾਂਧੀ ਸਾਊਥ ਅਫਰੀਕਾ ਦੇ ਵਿੱਚ ਆਪਣਾ ਜਿਹੜਾ ਅੰਦੋਲਨ ਰੱਖ ਰਹੇ ਸੀਗੇ, ਸੱਤਿਆਗ੍ਰਹਿ ਉੱਥੇ ਵਾਰ-ਵਾਰ ਲਾਂਚ ਕਰ ਰਹੇ ਸੀਗੇ, ਉਹਨਾਂ ਨੇ ਇੱਕ ਮੈਗਜ਼ੀਨ ਸਟਾਰਟ ਕੀਤੀ ਸੀ, ਉਹਦਾ ਕੀ ਨਾਮ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ ਇੰਡੀਅਨ ਓਪੀਨੀਅਨ ਨਾਮ ਦੀ ਮੈਗਜ਼ੀਨ ਮਹਾਤਮਾ ਗਾਂਧੀ ਨੇ ਸਾਊਥ ਅਫਰੀਕਾ ਦੇ ਵਿੱਚ ਸਟਾਰਟ ਕੀਤੀ ਸੀ। ਇੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਇਹ ਚੀਜ਼ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਆਪਾਂ। ਅਤੇ ਇੰਡੀਅਨ ਓਪੀਨੀਅਨ ਕਿਹਨੇ ਸਟਾਰਟ ਕੀਤੀ ਸੀ? ਆਪਾਂ ਨੂੰ ਸਿੰਪਲੀ ਇੱਦਾਂ ਹੀ ਪੁੱਛ ਲਿਆ ਜਾਂਦਾ ਹੁੰਦਾ ਵੀ ਇੰਡੀਅਨ ਓਪੀਨੀਅਨ ਕਿਹਨੇ ਸਟਾਰਟ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ ਮਹਾਤਮਾ ਗਾਂਧੀ ਨੇ, ਠੀਕ ਹੈ ਜੀ। ਸੋ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ, ਹੂ ਅਮੰਗ ਆਫ ਦਾ ਫੋਲੋਇੰਗ ਵਾਜ਼ ਦਾ ਚੀਫ ਆਰਕੀਟੈਕਟ ਆਫ ਦਾ ਰੀਕਨਸੋਲੇਸ਼ਨ ਬਿਟਵੀਨ ਦਾ ਐਕਸਟਰੀਮਿਸਟ ਐਂਡ ਦਾ ਮੋਡਰਿਸਟ। ਸੋ ਹੁਣ ਆਪਾਂ ਨੂੰ ਕੁਐਸਚਨ ਪੁੱਛ ਲਿਆ ਜਾਂਦਾ ਵੀ ਕਿਹਨਾਂ ਨੇ ਹੈਲਪ ਕੀਤੀ ਮੋਡਰਿਸਟ ਅਤੇ ਐਕਸਟਰੀਮਿਸਟ ਨੂੰ ਇਕੱਠਾ ਹੋਣ 'ਤੇ। ਆਪਾਂ ਲਾਸਟ ਲੈਕਚਰ 'ਚ ਪੜ੍ਹਿਆ ਸੀਗਾ ਮੋਡਰਿਸਟ ਅਤੇ ਐਕਸਟਰੀਮਿਸਟ ਕਿਹੜੇ ਸੈਸ਼ਨ ਦੇ ਵਿੱਚ ਅੱਡ ਹੋਏ ਸੀ? ਤਾਂ ਆਪਣਾ ਆਨਸਰ ਆ ਜਾਊਗਾ ਸੂਰਤ ਸੈਸ਼ਨ 1907, ਜਿਨ੍ਹਾਂ ਨੂੰ ਹੈੱਡ ਕੌਣ ਕਰ ਰਿਹਾ ਸੀਗਾ? ਰਾਸ ਬਿਹਾਰੀ ਬੋਸ, ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਇਹ ਚੀਜ਼। ਬਈ ਹੁਣ ਅੱਡ ਤਾਂ ਹੋ ਗਏ ਸੀਗੇ ਸੂਰਤ ਸੈਸ਼ਨ ਦੇ ਵਿੱਚ ਇਹ ਦੋਨੇ ਜਣੇ ਮੋਡਰਿਸਟ ਅਤੇ ਐਕਸਟਰੀਮਿਸਟ, ਪਰ ਹੁਣ ਇਹਨਾਂ ਨੂੰ ਇਕੱਠਾ ਕੌਣ ਲੈ ਕੇ ਆਇਆ ਹੈ? ਤਾਂ ਆਪਣਾ ਆਨਸਰ ਆ ਜਾਊਗਾ ਐਨੀ ਬੇਸੈਂਟ ਦੇ ਐਫਰਟਸ ਦੇ ਨਾਲ ਇਹ ਦੋਨੇ ਧਿਰੇ ਇਕੱਠੇ ਹੋਏ, ਠੀਕ ਹੈ ਜੀ। ਹੁਣ ਮੋਡਰਿਸਟ ਨਹੀਂ ਚਾਹੁੰਦੇ ਸੀਗੇ ਵੀ ਅਸੀਂ ਐਕਸਟਰੀਮਿਸਟ ਨਾਲ ਜੁੜੀਏ, ਪਰ ਐਨੀ ਬੇਸੈਂਟ ਨੇ ਉਹਨਾਂ ਨੂੰ ਕਨਵਿੰਸ ਕੀਤਾ। ਇੱਕ ਫਿਰੋਜ਼ ਸ਼ਾਹ ਮਹਿਤਾ ਦੀ ਡੈਥ ਹੋ ਗਈ ਜੋ ਬਹੁਤ ਹੀ ਰਿਜਿਡ ਮੋਡਰੇਟ ਸੀਗੇ, ਉਹਨਾਂ ਦੇ ਨਾਲ ਵੀ ਹੋਣ ਨਾਲ ਵੀ ਜਿਹੜਾ ਕਹਿ ਸਕਦੇ ਹਾਂ ਰੀਕਨਸੋਲੇਸ਼ਨ ਦੇ ਵਿੱਚ ਹੈਲਪ ਹੋਈ ਸੀਗੀ, ਠੀਕ ਹੈ ਜੀ। ਆਪਾਂ ਨੂੰ ਸਿਰਫ ਇੰਨਾ ਹੀ ਕੁਐਸਚਨ ਪੁੱਛਿਆ ਜਾਣਾ ਬਈ ਕੌਣ ਸੀਗਾ ਮੇਨ ਆਰਕੀਟੈਕਟ ਜਿਹਨੇ ਹੈਲਪ ਕੀਤੀ ਐਕਸਟਰੀਮਿਸਟ ਅਤੇ ਮੋਡਰਿਸਟ ਦੀ ਇਕੱਠਾ ਹੋਣ 'ਚ? ਤਾਂ ਆਪਣਾ ਆਨਸਰ ਆ ਜਾਊਗਾ ਐਨੀ ਬੇਸੈਂਟ, ਠੀਕ ਹੈ। Two Home Rule League was started in the 1915 to 1916 under the leadership of। ਹੁਣ ਆਪਣਾ ਕੁਐਸਚਨ ਹੈਗਾ ਹੋਮ ਰੂਲ ਲੀਗ ਮੂਵਮੈਂਟ ਸਟਾਰਟ ਹੋਈ ਸੀਗੀ ਦੋ ਅੱਡ ਪਰਸਨ ਦੀ ਲੀਡਰਸ਼ਿਪ ਦੇ ਅੰਡਰ, ਠੀਕ ਹੈ ਜੀ। ਤਿਲਕ ਤੇ ਐਨੀ ਬੇਸੈਂਟ ਨੇ ਅਲੱਗ-ਅਲੱਗ ਆਪਣੀ ਹੋਮ ਰੂਲ ਲੀਗ ਮੂਵਮੈਂਟ ਸਟਾਰਟ ਕੀਤੀ ਸੀਗੀ, ਜਿਵੇਂ ਕਿ ਜਿਹੜਾ ਤਿਲਕ ਦਾ ਏਰੀਆ ਸੀਗਾ ਮੇਨ ਸੀਗਾ ਮਹਾਰਾਸ਼ਟਰ ਦਾ ਏਰੀਆ ਸੀਗਾ, ਜਿਹੜਾ ਐਨੀ ਬੇਸੈਂਟ ਦਾ ਏਰੀਆ ਸੀਗਾ ਆਲ ਓਵਰ ਇੰਡੀਆ ਸੀਗਾ। ਐਨੀ ਬੇਸੈਂਟ ਨੇ ਇਸ ਮੌਕੇ 'ਤੇ 2 ਨਿਊਜ਼ਪੇਪਰ ਸਟਾਰਟ ਕੀਤੇ ਸੀ, ਉਹਨਾਂ ਦਾ ਨਾਮ ਕੀ ਸੀਗਾ? ਆਪਾਂ ਨੂੰ ਵਾਰ-ਵਾਰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ, ਜਿਹਦੇ ਰਾਹੀਂ ਉਹਨਾਂ ਨੇ ਆਪਣੇ ਵਿਊਜ਼ ਪ੍ਰੋਪਾਗੇਟ ਕੀਤੇ ਸੀ। ਕਿਹੜੇ ਨਿਊਜ਼ਪੇਪਰ ਸੀਗੇ? ਨਿਊ ਇੰਡੀਆ ਅਤੇ ਕਾਮਨਵੀਲ। ਅਤੇ ਆਪਣੇ BG ਤਿਲਕ ਨੇ ਕਿਹੜੇ ਨਿਊਜ਼ਪੇਪਰ ਸਟਾਰਟ ਕੀਤੇ ਸੀ? ਤਾਂ ਆਪਣਾ ਆਨਸਰ ਆ ਜਾਊਗਾ ਮਰਾਠਾ ਅਤੇ ਕੇਸਰੀ, 2 ਨਿਊਜ਼ਪੇਪਰ ਸਟਾਰਟ ਕੀਤੇ ਸੀਗੇ, ਠੀਕ ਹੈ ਜੀ।
ਸੋ ਇਹ ਬਹੁਤ ਹੀ ਇੰਪੋਰਟੈਂਟ ਚੀਜ਼ਾਂ ਹੈਗੀਆਂ। ਵਾਰ-ਵਾਰ ਰਿਪੀਟ ਕਿਉਂ ਕਰ ਰਹੇ ਹਾਂ, ਕਿਉਂਕਿ ਇਹੀ ਸਟੈਂਡਰਡ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਵੀ ਐਨੀ ਬੇਸੰਟ ਨੇ ਕਾਮਨਵੈਲਥ ਤੇ ਨਿਊ ਇੰਡੀਆ ਕਿਹੜੀ ਮੂਵਮੈਂਟ ਦੇ ਦੌਰਾਨ ਨਿਊਜ਼ਪੇਪਰ ਸਟਾਰਟ ਕੀਤੇ, ਤਾਂ ਆਪਣਾ ਆਨਸਰ ਆ ਜਾਊਗਾ ਹੋਮ ਰੂਲ ਲੀਗ ਮੂਵਮੈਂਟ। ਆਪਾਂ ਨੂੰ ਕਈ ਵਾਰੀ ਕ੍ਰੋਨੋਲੋਜੀਕਲ ਆਰਡਰ ਵੀ ਪੁੱਛ ਲਿਆ ਜਾਂਦਾ, ਜਿਵੇਂ ਕਿ 3 ਇੰਸੀਡੈਂਟ ਦੇ ਦਿੱਤੇ ਜਾਣਗੇ ਵੀ ਗਾਂਧੀ ਦਾ ਆਉਣਾ, ਹੋਮ ਰੂਲ ਲੀਗ ਮੂਵਮੈਂਟ, ਸਿਵਲ ਡਿਸਓਬੀਡੀਐਂਸ ਮੂਵਮੈਂਟ ਤੇ ਸਵਦੇਸ਼ੀ ਮੂਵਮੈਂਟ। ਆਪਾਂ ਨੂੰ ਪੁੱਛ ਲਿਆ ਜਾਊਗਾ ਵੀ ਪਹਿਲਾਂ ਸਭ ਤੋਂ ਕਿਹੜੀ ਚੀਜ਼ ਹੋਈ ਸੀ, ਤਾਂ ਆਪਣਾ ਆਨਸਰ ਆ ਜਾਊਗਾ ਸਵਦੇਸ਼ੀ ਮੂਵਮੈਂਟ ਸਭ ਤੋਂ ਪਹਿਲਾਂ ਹੋਈ ਸੀਗੀ। ਠੀਕ ਹੈ ਜੀ। ਤਾਂ ਬਾਅਦ ਦੇ ਵਿੱਚ ਜਿਹੜੀ ਇਹ ਮੂਵਮੈਂਟ ਸੀਗੀ, ਪਹਿਲਾਂ ਤਾਂ ਅੱਡ ਅੱਡ ਲੀਡਰਸ਼ਿਪ ਦੇ ਅੰਡਰ ਸਟਾਰਟ ਹੋਈ ਸੀਗੀ ਤਿਲਕ ਤੇ ਐਨੀ ਬੇਸੈਂਟ ਦੀ ਹੋਮ ਰੂਲ ਲੀਗ ਮੂਵਮੈਂਟ, ਪਰ ਬਾਅਦ ਦੇ ਵਿੱਚ ਇਕੱਠੀ ਹੋ ਗਈ ਸੀਗੀ। ਹੁਣ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਹੋਮ ਰੂਲ ਲੀਗ ਮੂਵਮੈਂਟ ਦਾ ਏਮ ਕੀ ਸੀਗਾ। ਹੋਮ ਰੂਲ ਲੀਗ ਮੂਵਮੈਂਟ ਦਾ ਏਮ ਸੀਗਾ ਵੀ ਇੰਡੀਆ ਦੇ ਵਿੱਚ ਸੈਲਫ ਗਵਰਨਮੈਂਟ ਲੈ ਕੇ ਆਉਣਾ, ਸੈਲਫ ਗਵਰਨਮੈਂਟ ਦੇ ਆਈਡੀਆ ਨੂੰ ਪ੍ਰਮੋਟ ਕਰਨਾ, ਜਿਹੜਾ ਕਿ ਸਵਦੇਸ਼ੀ ਮੂਵਮੈਂਟ ਦੇ ਦੌਰਾਨ ਇਹ ਚੀਜ਼ ਉੱਭਰ ਕੇ ਸਵਰਾਜ ਦਾ ਆਈਡੀਆ ਉੱਭਰ ਕੇ ਸਾਹਮਣੇ ਆਇਆ ਸੀਗਾ, ਉਸ ਨੂੰ ਅੱਗੇ ਪੁੱਟ ਫਾਰਵਰਡ ਕਰਨਾ, ਉਸ ਨੂੰ ਅੱਗੇ ਕੰਟੀਨਿਊ ਕਰਨ ਦਾ ਕੰਮ ਕਿਹਦਾ ਸੀਗਾ, ਹੋਮ ਰੂਲ ਲੀਗ ਮੂਵਮੈਂਟ ਦਾ। ਹੋਮ ਰੂਲ ਲੀਗ ਮੂਵਮੈਂਟ ਦਾ ਫਾਇਦਾ ਕੀ ਹੋਇਆ, ਉਹਨੇ ਗਾਂਧੀਅਨ ਮੂਵਮੈਂਟ ਵਾਸਤੇ ਇੱਕ ਬੇਸ ਕ੍ਰੀਏਟ ਕਰਕੇ ਰੱਖਤਾ, ਜਿਹੜੀ ਕਿ ਅੱਗੇ ਹੋਈ ਨੌਨ ਕਾਰਪੋਰੇਸ਼ਨ ਮੂਵਮੈਂਟ। ਮਾਸਿਸ ਨੂੰ ਅਵੇਅਰਨੈਸ ਹੋ ਗਈ ਵੀ ਹਾਂ ਇੱਕ ਹੋਮ ਰੂਲ ਦੀ ਇੱਕ ਚੀਜ਼ ਵੀ ਹੁੰਦੀ, ਇੱਕ ਸੈਲਫ ਗਵਰਨਮੈਂਟ ਦੀ ਵੀ ਚੀਜ਼ ਹੁੰਦੀ ਹੈ ਵੀ ਅਸੀਂ ਆਪਣੇ ਉੱਤੇ ਆਪ ਰਾਜ ਕਰਾਂਗੇ, ਨਾ ਕਿ ਅੰਗਰੇਜ਼ ਕਰਨਗੇ। ਸੋ ਇਸ ਚੀਜ਼ ਦੀ ਅਵੇਅਰਨੈਸ ਫੈਲਾਉਣਾ ਹੋਮ ਰੂਲ ਲੀਗ ਮੂਵਮੈਂਟ ਦਾ ਕੰਮ ਸੀਗਾ। ਹਾਲਾਂਕਿ ਜਿਹੜੀਆਂ ਇਹਦੀਆਂ ਡਿਮਾਂਡ ਸੀ ਉਹ ਮੈਟ ਨਹੀਂ ਹੋਈਆਂ। ਇਸ ਮੂਵਮੈਂਟ ਨੂੰ ਖਾਰਿਜ ਕਰਨ ਵਾਸਤੇ, ਇਸ ਮੂਵਮੈਂਟ ਨੂੰ ਸੈਟੀਸਫਾਈ ਕਰਨ ਵਾਸਤੇ ਕਿਹੜੇ ਰਿਫਾਰਮਸ ਆਏ, ਚੈਮਸਫੋਰਡ ਰਿਫਾਰਮ ਆਏ। ਠੀਕ ਹੈ, ਜਿਹੜਾ ਕਹਿ ਸਕਦੇ ਹਾਂ ਵੀ ਗਵਰਨਮੈਂਟ ਆਫ ਇੰਡੀਆ ਐਕਟ 1919 ਆਪਾਂ ਕਹਿ ਸਕਦੇ ਹਾਂ। ਠੀਕ ਹੈ, ਤਾਂ ਉਹ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਉਹਦੇ ਵਿੱਚ ਕੀ ਸੀਗਾ। ਸੋ ਹੋਮ ਰੂਲ ਲੀਗ ਮੂਵਮੈਂਟ ਕਦੋਂ ਹੋਈ ਸੀ, 1915 ਤੇ 1916। ਕਿਹਦੀ ਲੀਡਰਸ਼ਿਪ ਦੇ ਅੰਦਰ, ਤਿਲਕ ਤੇ ਐਨੀ ਬੇਸੈਂਟ ਦੀ ਲੀਡਰਸ਼ਿਪ ਦੇ ਅੰਦਰ। ਠੀਕ ਹੈ, ਹੁਣ ਤੁਹਾਨੂੰ ਮੈਂ ਪ੍ਰੋਪਰ ਪੂਰੀ ਸਮਝਾਤੀ ਹੈ ਹੋਮ ਰੂਲ ਲੀਗ ਮੂਵਮੈਂਟ ਦੇ ਨਾਲ ਜੋ ਜੋ ਇੰਪੋਰਟੈਂਟ ਐਸਪੈਕਟ ਸੀਗੇ ਸਾਰੇ ਕਰਾਤੇ ਹੈ। ਬਾਕੀ ਤੁਸੀਂ ਕਲਾਸਾਂ ਲਾਈਆਂ ਹੋਣਗੀਆਂ, ਤੁਹਾਡੀ ਰਿਵੀਜ਼ਨ ਬਹੁਤ ਵਧੀਆ ਹੋਊਗੀ। ਠੀਕ ਹੈ ਜੀ। ਸੋ ਹੁਣ ਆਪਾਂ ਐਸੇ ਦੇ ਨਾਲ ਅੱਗੇ ਮੂਵ ਕਰਦੇ ਹਾਂ। ਸੋ ਵੇਅਰ ਇਜ਼ ਏ ਫਿਨਿਕਸ ਫਾਰਮ। ਫਿਨਿਕਸ ਫਾਰਮ ਜਿਹੜਾ ਕਿ ਮਹਾਤਮਾ ਗਾਂਧੀ ਜੀ ਨੇ ਐਸਟੈਬਲਿਸ਼ ਕੀਤਾ ਸੀ ਸਾਊਥ ਅਫਰੀਕਾ ਦੇ ਵਿੱਚ। ਆਪਾਂ ਨੂੰ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਵੀ ਫਿਨਿਕਸ ਫਾਰਮ ਹੈ ਕਿੱਥੇ। ਸੋ ਸਾਊਥ ਅਫਰੀਕਾ ਦੇ ਵਿੱਚ ਆਪਾਂ ਨੂੰ ਇੱਦਾਂ ਹੀ ਪੁੱਛ ਲਿਆ ਜਾਂਦਾ ਵੀ ਕਿਹਨੇ ਐਸਟੈਬਲਿਸ਼ ਕੀਤਾ ਸੀ, ਤਾਂ ਆਪਣਾ ਆਨਸਰ ਆ ਜਾਊਗਾ ਮਹਾਤਮਾ ਗਾਂਧੀ ਨੇ ਫਿਨਿਕਸ ਫਾਰਮ ਐਸਟੈਬਲਿਸ਼ ਕੀਤਾ ਸੀਗਾ ਸਾਊਥ ਅਫਰੀਕਾ ਦੇ ਵਿੱਚ। ਠੀਕ ਹੈ, ਜਦੋਂ ਉੱਥੇ ਆਪਣੇ ਉਹ ਸੱਤਿਆਗ੍ਰਹਿ ਪਰਫਾਰਮ ਕਰ ਰਹੇ ਸੀ ਸਾਊਥ ਅਫਰੀਕਾ ਦੇ ਵਿੱਚ, ਤਾਂ ਉਹਨਾਂ ਨੇ ਫਿਨਿਕਸ ਫਾਰਮ ਦੀ ਐਸਟੈਬਲਿਸ਼ਮੈਂਟ ਕੀਤੀ ਸੀਗੀ। ਠੀਕ ਹੈ, ਸੋ ਨੈਕਸਟ ਹੈਗਾ ਅਕੋਰਡਿੰਗ ਟੂ ਦ ਗਾਂਧੀ ਜੀ ਦਾ ਕਿਊਰੀਅਸਟ ਫਾਰਮ ਆਫ ਦਾ ਵਾਇਲੈਂਸ। ਗਾਂਧੀ ਜੀ ਦੇ ਦੌਰਾਨ ਵੀ ਸਭ ਤੋਂ ਜਿਹੜੀ ਕ੍ਰਿਊਐਸਟ ਫਾਰਮ ਆਫ ਵਾਇਲੈਂਸ ਹੈਗੀ ਉਹ ਕੀ ਹੈਗੀ ਹੈ। ਆਪਾਂ ਨੂੰ ਕਈ ਵਾਰੀ ਉਹਨਾਂ ਦੀ ਜੇਕਰ ਆਪਾਂ PPSC ਲੈਵਲ ਵੇਖੀਏ ਤਾਂ ਉਹਨਾਂ ਦੇ ਲੈਵਲ 'ਤੇ ਕਈ ਵਾਰੀ ਗਾਂਧੀ ਜੀ ਜਿਹੜੀ ਫਿਲੋਸਫੀ ਹੈਗੀ ਹੈ, ਜਿਵੇਂ ਉਹਨਾਂ ਦਾ ਟਰਸਟੀਸ਼ਿਪ ਮਾਡਲ ਪੁੱਛ ਲਿਆ ਜਾਂਦਾ ਹੁੰਦਾ, ਆਪਾਂ ਨੂੰ ਕਈ ਵਾਰੀ ਉਹਨਾਂ ਦੀ ਫਿਲੋਸਫੀ 'ਤੇ ਆਪਾਂ ਨੂੰ ਕੁਐਸਚਨ ਆ ਜਾਂਦਾ ਹੁੰਦਾ, ਤਾਂ ਆਪਾਂ ਨੂੰ ਪੁੱਛ ਲਿਆ ਜਾਂਦਾ ਹੈ ਵੀ ਗਾਂਧੀ ਜੀ ਦੇ ਦੌਰਾਨ, ਮਤਲਬ ਗਾਂਧੀ ਜੀ ਦੇ ਮੰਨਣ ਅਨੁਸਾਰ, ਜਾਂ ਕਹਿ ਸਕਦੇ ਗਾਂਧੀ ਜੀ ਦੇ ਦੌਰਾਨ ਵੀ ਜਿਹੜੀ ਸਭ ਤੋਂ ਕ੍ਰਿਊਐਸਟ ਫਾਰਮ ਆਫ, ਜਾਂ ਕਹਿ ਸਕਦੇ ਹਾਂ ਸਭ ਤੋਂ ਬਰੂਟਲ ਫਾਰਮ ਆਫ ਵਾਇਲੈਂਸ ਕਿਹੜੀ ਸੀਗੀ, ਤਾਂ ਆਪਣਾ ਆਨਸਰ ਆ ਜਾਊਗਾ ਪਰਸਿਸਟੈਂਸ ਆਫ ਪੋਵਰਟੀ। ਮਤਲਬ ਕਿ ਗਰੀਬੀ ਦਾ ਹੋਣਾ ਅਕੋਰਡਿੰਗ ਟੂ ਦਾ ਗਾਂਧੀ ਜੀ ਸਭ ਤੋਂ ਵੱਡੀ ਇੱਕ ਇਨਸਾਨ ਲਈ ਇੱਕ ਸਭ ਤੋਂ ਵੱਡੀ ਵਾਇਲੈਂਸ ਹੈਗੀ ਹੈ, ਸਭ ਤੋਂ ਵੱਡੀ ਬਰੂਟੈਲਿਟੀ ਹੈਗੀ ਹੈ। ਠੀਕ ਹੈ, ਕਈ ਵਾਰੀ ਉਹਨਾਂ ਦੀ ਫਿਲੋਸਫੀ ਦੇ ਕੁਐਸਚਨ ਪੁੱਛ ਲਏ ਜਾਂਦੇ ਆ। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਹੈ ਵੀ ਟਰਸਟੀਸ਼ਿਪ ਮਾਡਲ ਕਿਹਦਾ ਸੀ, ਤਾਂ ਆਪਣਾ ਆਨਸਰ ਆ ਜਾਊਗਾ ਗਾਂਧੀ ਜੀ ਦਾ ਸੀਗਾ ਟਰਸਟੀਸ਼ਿਪ ਮਾਡਲ। ਸੋ ਉਹਨਾਂ ਦੀ ਫਿਲੋਸਫੀ 'ਤੇ ਵੀ ਆਪਾਂ ਨੂੰ ਕਈ ਵਾਰੀ ਚੀਜ਼ਾਂ ਪੁੱਛ ਲਿਆ ਜਾਂਦੀਆਂ ਹੁੰਦੀਆਂ। ਜੋ ਚੀਜ਼ਾਂ ਐਗਜ਼ਾਮ ਦੇ ਵਿੱਚ ਪੁੱਛੀਆਂ ਹੋਈਆਂ ਉਹਨਾਂ ਦੇ ਮਤਲਬ ਫਿਲੋਸਫੀ ਦੇ ਰਿਗਾਰਡਿੰਗ ਆਪਾਂ ਉਹੀ ਤੁਹਾਨੂੰ ਪੁੱਛ ਰਹੇ ਹਾਂ, ਉਹੀ ਸਟੈਂਡਰਡ ਕੁਐਸਚਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ ਜੀ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। So which one of the following season of the Indian National Congress was for the first time attended by the M.K. Gandhi? ਸੋ ਬਹੁਤ ਹੀ ਇੰਪੋਰਟੈਂਟ ਹੈਗਾ, ਬਹੁਤ ਹੀ ਮਤਲਬ ਕਹਿ ਸਕਦੇ ਅਮੇਜ਼ਿੰਗ ਫੈਕਟ ਹੈਗਾ ਇਹ ਚੀਜ਼ ਵੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਭ ਤੋਂ ਪਹਿਲਾ ਸੈਸ਼ਨ ਮਹਾਤਮਾ ਗਾਂਧੀ ਨੇ ਕਿਹੜਾ ਅਟੈਂਡ ਕੀਤਾ ਸੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਕਈ ਸੋਚਦੇ ਆ ਵੀ 1915 ਵਿੱਚ ਤਾਂ ਗਾਂਧੀ ਜੀ ਆਏ ਸੀਗੇ, 1916 ਦਾ ਕੋਈ ਸੈਸ਼ਨ ਅਟੈਂਡ ਕੀਤਾ ਹੋਊਗਾ, ਤਾਂ ਐਦਾਂ ਦੀ ਗੱਲ ਨਹੀਂ ਸੀਗੀ। ਉਹਨਾਂ ਨੇ ਜੋ ਸਭ ਤੋਂ ਪਹਿਲਾਂ ਆਪਣਾ ਸੈਸ਼ਨ ਅਟੈਂਡ ਕੀਤਾ ਕੈਲਕਾਤਾ ਸੈਸ਼ਨ ਸੀਗਾ, ਜੋ 1901 ਦੇ ਵਿੱਚ ਹੋਇਆ ਸੀਗਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਉਹ ਸਾਊਥ ਅਫਰੀਕਾ ਤੋਂ ਆਏ ਹੋਏ ਸੀਗੇ। ਉਹਨਾਂ ਨੇ 1901 ਦਾ ਕੈਲਕਾਟਾ ਸੈਸ਼ਨ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲੀ ਵਾਰੀ ਅਟੈਂਡ ਕੀਤਾ ਸੀਗਾ। ਸੋ ਬਹੁਤ ਹੀ ਲੁਕਿਆ ਛੁਪਿਆ ਜਿਹਾ ਹੈਗਾ, ਕੰਸੈਪਟ ਹੈਗਾ, ਤੁਹਾਨੂੰ ਬਹੁਤ ਸਾਰੀ ਬੁੱਕਸ ਦੇ ਵਿੱਚ ਵੀ ਨਹੀਂ ਕਿਤੇ ਮਿਲਿਆ ਹੋਣੀ ਇਹ ਚੀਜ਼, ਨਾ ਤੁਸੀਂ ਇਸ ਚੀਜ਼ ਨੂੰ ਕਿਤੇ ਨੋਟ ਕੀਤਾ ਹੋਊਗਾ। ਸੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਐਕਸਟ੍ਰੀਮਲੀ ਇੰਪੋਰਟੈਂਟ ਅਤੇ ਯੂਨੀਕ ਕੰਟੈਂਟ ਕਰਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ, ਜੋ ਐਗਜ਼ਾਮ ਪੁਆਇੰਟ ਆਫ ਵਿਊ ਲਈ ਰੈਲੇਵੈਂਟ ਵੀ ਹੋਊਗਾ। ਇੱਦਾਂ ਨਹੀਂ ਹੈ ਰੈਲੇਵੈਂਟ ਨਹੀਂ ਹੈ। ਠੀਕ ਹੈ, ਯੂਨੀਕ ਨੂੰ ਤਾਂ ਆਪਾਂ ਹਿਸਟਰੀ ਬਹੁਤ ਵੱਡੀ ਆਪਾਂ ਕੀ ਕੁਛ ਪੜ੍ਹਾਂਗੇ। ਸੋ ਜੋ ਚੀਜ਼ ਆਪਣੇ ਲਈ ਰੈਲੇਵੈਂਟ ਹੈਗੀ ਆ ਆਪਾਂ ਉਹੀ ਪੜ੍ਹਾਂਗੇ। ਠੀਕ ਹੈ। ਸੋ ਸਾਬਰਮਤੀ ਆਸ਼ਰਮ established by the ਮਹਾਤਮਾ ਗਾਂਧੀ ਡਿਊਰਿੰਗ ਦਾ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਇਜ਼ ਲੋਕੇਟਿਡ ਔਨ ਦਾ ਆਊਟਸਕਰਟ ਆਫ। ਜਿਹੜਾ ਸਾਬਰਮਤੀ ਆਸ਼ਰਮ ਇਸਟੈਬਲਿਸ਼ ਕੀਤਾ ਗਿਆ ਸੀਗਾ ਬਾਈ ਦੀ ਮਹਾਤਮਾ ਗਾਂਧੀ ਡਿਊਰਿੰਗ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਇਜ਼ ਲੋਕੇਟਿਡ ਔਨ ਦਾ ਆਊਟਸਕਰਟ ਆਫ। ਜਿਹੜਾ ਸਾਬਰਮਤੀ ਆਸ਼ਰਮ ਮਹਾਤਮਾ ਗਾਂਧੀ ਦੁਆਰਾ ਇਸਟੈਬਲਿਸ਼ ਕੀਤਾ ਗਿਆ ਸੀਗਾ, ਕਿਹੜੀ
ਕਿ ਮਤਲਬ ਕਿਹੜੇ ਮਤਲਬ ਕਹਿ ਸਕਦੇ ਹਾਂ ਸਿਟੀ ਦੇ ਵਿੱਚ ਇਸਟੈਬਲਿਸ਼ ਹੋਇਆ ਸੀ, ਤਾਂ ਆਪਣਾ ਆਨਸਰ ਆ ਜਾਊਗਾ ਅਹਿਮਦਾਬਾਦ ਦੇ ਵਿੱਚ ਸਾਬਰਮਤੀ ਆਸ਼ਰਮ ਮਹਾਤਮਾ ਗਾਂਧੀ ਦੁਆਰਾ ਇਸਟੈਬਲਿਸ਼ ਕੀਤਾ ਗਿਆ ਸੀਗਾ। ਠੀਕ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆਪਾਂ ਚੀਜ਼ਾਂ ਕਰ ਰਹੇ ਹਾਂ। ਕੈਲਕੱਤਾ ਸੈਸ਼ਨ 1901 ਦਾ ਜਿਹੜਾ ਸੈਸ਼ਨ ਸੀਗਾ ਕਾਂਗਰਸ ਦਾ, ਉਹ ਪਹਿਲਾ ਜਿਹਾ ਸੈਸ਼ਨ ਸੀਗਾ ਜਿਹੜਾ ਮਹਾਤਮਾ ਗਾਂਧੀ ਨੇ ਅਟੈਂਡ ਕੀਤਾ ਸੀਗਾ। ਠੀਕ ਹੈ, ਸੋ ਇਹ ਸਾਰੀਆਂ ਗੱਲਾਂ। ਕਾਂਗਰਸ ਫਾਰਮ ਕਦੋਂ ਹੋਈ ਸੀ? 1885। ਏ.ਓ. ਹਿਊਮ। ਠੀਕ ਹੈ, ਈਸਟ ਇੰਡੀਆ ਐਸੋਸੀਏਸ਼ਨ ਦਾਦਾ ਭਾਈ ਨਰੋਜੀ। ਠੀਕ ਹੈ, ਸੋ ਇਹ ਸਾਰੀਆਂ ਗੱਲਾਂ ਆਪਾਂ ਪ੍ਰੀਵੀਅਸ ਲੈਕਚਰਸ ਕੀਤੀਆਂ, ਜਾ ਕੇ ਜ਼ਰੂਰ ਵੇਖੋ। ਤੁਹਾਨੂੰ ਵਾਰ-ਵਾਰ ਆਪਾਂ ਇਹ ਤਾਂ ਮੈਨੂੰ ਲੱਗਦਾ ਜਿਹੜੀਆਂ ਮੈਂ ਗੱਲਾਂ ਹੁਣ ਤੁਹਾਨੂੰ ਦੱਸ ਰਿਹਾ 10ਵੀਂ ਵਾਰ ਰਿਪੀਟ ਕਰ ਰਿਹਾ ਹੋਊਂਗਾ। ਠੀਕ ਹੈ, ਸੋ ਜਾ ਕੇ ਜ਼ਰੂਰ ਵੇਖੋ, ਤੁਹਾਨੂੰ ਇੱਕਦਮ ਯਾਦ ਹੋ ਜਾਣਗੇ ਚੀਜ਼ਾਂ। ਠੀਕ ਹੈ, ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ ਹੂ ਅਮੰਗ ਆਫ ਦਾ ਫੋਲੋਇੰਗ ਵਾਜ਼ ਦ ਪੋਲੀਟੀਕਲ ਗੁਰੂ ਆਫ ਮਹਾਤਮਾ ਗਾਂਧੀ। ਇਹ ਤਾਂ ਕਈ ਵਾਰੀ ਕੁਐਸਚਨ ਰਿਪੀਟ ਹੋਇਆ, ਮਤਲਬ ਕਿ ਕਈ ਐਗਜ਼ਾਮ ਦਾ ਤੇ ਪੈਟ ਕੁਐਸਚਨ ਬਣ ਗਿਆ ਵੀ ਮਹਾਤਮਾ ਗਾਂਧੀ ਦੇ ਪੋਲੀਟੀਕਲ ਗੁਰੂ ਦਾ ਨਾਮ ਕੀ ਸੀ, ਤਾਂ ਆਪਣਾ ਆਨਸਰ ਆ ਜਾਊਗਾ ਗੋਪਾਲ ਕ੍ਰਿਸ਼ਨ ਗੋਖਲੇ, ਜਿਨ੍ਹਾਂ ਨੇ ਸੁਸਾਇਟੀ ਫਾਰਮ ਕੀਤੀ ਸੀਗੀ ਸਰਵੈਂਟ ਆਫ ਇੰਡੀਆ ਸੁਸਾਇਟੀ, ਜਿਹਦਾ ਮੇਨ ਏਮ ਸੀਗਾ ਅਵੇਅਰਨੈਸ ਫੈਲਾਉਣਾ। ਠੀਕ ਹੈ ਜੀ, ਤੋ ਬਹੁਤ ਹੀ ਇੰਪੋਰਟੈਂਟ ਹੈਗੀ। ਜੀ.ਕੇ. ਗੋਖਲੇ ਨੇ ਇਸਟੈਬਲਿਸ਼ ਕੀਤੀ ਸੀਗੀ ਸਰਵੈਂਟ ਆਫ ਇੰਡੀਆ 1905 ਦੇ ਵਿੱਚ। ਸੋ ਇਹ ਜਿਨ੍ਹਾਂ ਨੇ ਪ੍ਰੀਵੀਅਸ ਲੈਕਚਰ ਨਹੀਂ ਵੇਖਿਆ ਆਪਾਂ ਉੱਥੇ ਕੀਤੀ ਹੋਈ ਹੈ, ਸਰਵੈਂਟ ਆਫ ਇੰਡੀਆ ਸੁਸਾਇਟੀ ਬਾਈ ਦੀ ਜੀ.ਕੇ. ਗੋਖਲੇ। ਠੀਕ ਹੈ, ਵਿਚ ਆਫ ਦਾ ਫੋਲੋਇੰਗ ਵਾਜ਼ ਦਾ ਫਸਟ ਸੱਤਿਆਗ੍ਰਹਿ ਆਫ ਦਾ ਮਹਾਤਮਾ ਗਾਂਧੀ ਜੀ ਇਨ ਇੰਡੀਆ। ਬਹੁਤ ਹੀ ਇੰਪੋਰਟੈਂਟ ਕੁਐਸਚਨ ਪੁੱਛ ਲਏ ਜਾਂਦੇ ਹੁੰਦੇ ਆ ਵੀ ਪਹਿਲਾਂ ਕਿਹੜਾ ਸੱਤਿਆਗ੍ਰਹਿ ਸੀਗਾ, ਪਹਿਲਾਂ ਕਿਹੜਾ ਫਾਸਟ ਸੀਗਾ, ਪਹਿਲੀ ਵਾਰੀ ਕਿੱਥੇ ਉਹਨਾਂ ਨੇ ਨਾਨ ਕਾਰਪੋਰੇਸ਼ਨ ਕੀਤੀ। ਤਾਂ ਬਹੁਤ ਹੀ ਇੰਪੋਰਟੈਂਟ ਫੈਕਟ ਹੈਗੇ ਆ। ਪਹਿਲਾ ਜਿਹੜਾ ਸੱਤਿਆਗ੍ਰਹਿ ਗਾਂਧੀ ਜੀ ਨੇ ਪਰਫਾਰਮ ਕੀਤਾ ਸੀਗਾ ਉਹ ਚੰਪਰਨ ਦੇ ਵਿੱਚ ਕੀਤਾ ਸੀ। ਚੰਪਰਨ ਬਿਹਾਰ ਦੇ ਵਿੱਚ ਹੈ। ਠੀਕ ਹੈ, ਚੰਪਰਨ ਦੇ ਵਿੱਚ ਕਿਉਂ ਕੀਤਾ ਸੀਗਾ? ਕਿਉਂਕਿ ਉੱਥੇ ਮਤਲਬ ਇੰਡੀਗੋ ਦੀ ਖੇਤੀ ਹੋ ਰਹੀ ਸੀ। ਜਿਹੜੇ ਉੱਥੇ ਦੇ ਕਲਟੀਵੇਟਰ ਸੀਗੇ ਜਾਂ ਕਹਿ ਸਕਦੇ ਹਾਂ ਪੀਜ਼ੈਂਟ ਸੀਗੇ, ਬਹੁਤ ਪਰੇਸ਼ਾਨ ਸੀਗੇ। ਜਿਹੜੇ ਉਹਨਾਂ ਦੇ ਮਤਲਬ ਕਹਿ ਸਕਦੇ ਹਾਂ ਅੰਗਰੇਜ਼ਾਂ ਵੱਲੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀਗੇ ਕਲਟੀਵੇਟਰਸ। ਉਹਨਾਂ ਕੋਲੋਂ ਰੈਂਟ ਲਿਆ ਜਾ ਰਿਹਾ ਸੀਗਾ। ਇੱਕ 3 ਕਠੀਆ ਸਿਸਟਮ ਅਪਣਾਇਆ ਹੋਇਆ ਸੀਗਾ, ਜਿਹਦੇ ਰਾਹੀਂ ਜਿਹੜੀ ਉਹਨਾਂ ਦਾ 3 ਭਾਗ ਦੇ ਵਿੱਚ ਉਹਨਾਂ ਦੀ ਇਨਕਮ ਵੰਡ ਲਈ ਜਾਂਦੀ ਹੁੰਦੀ ਸੀ। ਜਿੰਨੀ ਵੀ ਇਨਕਮ ਹੁੰਦੀ ਸੀ ਉਹਨਾਂ ਨੂੰ ਲੈਂਡ ਦੇ ਵਿੱਚੋਂ, ਅਤੇ ਇੱਕ ਹਿੱਸਾ ਅੰਗਰੇਜ਼ ਲੈ ਜਾਂਦੇ ਹੁੰਦੇ ਸੀ ਕਿ ਭਾਵੇਂ ਫੇਮਾਈਨ ਹੋਵੇ ਭਾਵੇਂ ਕੁਛ ਹੋਵੇ, ਉਹਨਾਂ ਨੇ ਆਪਣਾ ਹਿੱਸਾ ਲੈ ਕੇ ਹੀ ਜਾਣਾ ਹੈ। ਸੋ 3 ਕਠੀਆ ਸਿਸਟਮ ਦੇ ਅਗੇਂਸਟ ਮਹਾਤਮਾ ਗਾਂਧੀ ਨੇ ਚੰਪਰਨ ਦੀ ਜਿਹੜੀ ਕਹਿ ਸਕਦੇ ਹਾਂ ਆਪਣੀ ਪਹਿਲੀ ਵਾਰੀ ਆਪਣੀ ਸੱਤਿਆਗ੍ਰਹਿ ਦਾ ਇਸਤੇਮਾਲ ਕੀਤਾ ਚੰਪਰਨ ਦੇ ਵਿੱਚ। ਠੀਕ ਹੈ, ਸੋ ਫਸਟ ਸੱਤਿਆਗ੍ਰਹਿ ਕਿੱਥੇ ਹੋਇਆ? ਚੰਪਰਨ ਦੇ ਵਿੱਚ ਹੋਇਆ। ਆਪਾਂ ਨੂੰ ਪੁੱਛ ਲਿਆ ਜਾਵੇ ਵੀ ਫਸਟ ਫਾਸਟ ਕਿੱਥੇ ਰੱਖਿਆ, ਤਾਂ ਆਪਣਾ ਆਨਸਰ ਆ ਜਾਊਗਾ ਡਿਊਰਿੰਗ ਦੀ ਅਹਿਮਦਾਬਾਦ ਮਿਲ ਸਟ੍ਰਾਈਕ। ਠੀਕ ਹੈ, ਪਹਿਲੀ ਵਾਰੀ ਉਹਨਾਂ ਨੇ ਫਾਸਟ ਰੱਖਿਆ ਡਿਊਰਿੰਗ ਦੀ ਅਹਿਮਦਾਬਾਦ ਮਿਲ ਸਟ੍ਰਾਈਕ। ਆਪਾਂ ਨੂੰ ਪੁੱਛ ਲਿਆ ਫਸਟ ਨਾਨ ਕਾਰਪੋਰੇਸ਼ਨ ਕਿੱਥੇ ਹੋਈ, ਤਾਂ ਆਪਣਾ ਆਨਸਰ ਆ ਜਾਊਗਾ ਖੇੜਾ ਸੱਤਿਆਗ੍ਰਹਿ ਦੇ ਦੌਰਾਨ ਉਹਨਾਂ ਨੇ ਫਸਟ ਨਾਨ ਕਾਰਪੋਰੇਸ਼ਨ ਮੂਵਮੈਂਟ ਬਿਗਿਨ ਕੀਤੀ। ਜਾਂ ਕਹਿ ਸਕਦੇ ਆ ਨਾਨ ਕਾਰਪੋਰੇਸ਼ਨ ਦਾ ਮਤਲਬ ਕੀ ਹੁੰਦਾ? ਅੰਗਰੇਜ਼ਾਂ ਦੇ ਖਿਲਾਫ ਹੋਣਾ, ਉਹਨਾਂ ਨਾਲ ਕਾਰਪੋਰੇਟ ਨਾ ਕਰਨਾ। ਠੀਕ ਹੈ, ਤਾਂ ਆਪਣਾ ਆਨਸਰ ਆ ਜਾਊਗਾ ਫਸਟ ਟਾਈਮ ਉਹਨਾਂ ਨੇ ਕਾਰਪੋਰੇਟ ਨਹੀਂ ਕੀਤਾ ਸੀ ਅੰਗਰੇਜ਼ਾਂ ਦੇ ਨਾਲ। ਕਦੋਂ ਨਹੀਂ ਕੀਤਾ ਸੀਗਾ? ਖੇੜਾ ਸੱਤਿਆਗ੍ਰਹਿ ਦੇ ਦੌਰਾਨ। ਠੀਕ ਹੈ, ਫਸਟ ਫਾਸਟ ਕਦੋਂ ਸੀਗਾ ਉਹਨਾਂ ਦਾ? ਅਹਿਮਦਾਬਾਦ ਮਿਲ ਸਟ੍ਰਾਈਕ ਦੇ ਦੌਰਾਨ। ਪਹਿਲਾ ਸੱਤਿਆਗ੍ਰਹਿ ਕਿਹੜਾ ਸੀ ਉਹਨਾਂ ਦਾ? ਚੰਪਰਨ ਸੱਤਿਆਗ੍ਰਹਿ ਸੀਗਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਹੈ। ਸੋ ਇਹ ਚੀਜ਼ਾਂ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਅਤੇ ਗਾਂਧੀ ਜੀ ਲਈ ਵੀ ਇਹ ਤਿੰਨੇ ਜਿਹੜੇ ਚੀਜ਼ਾਂ ਸੀਗੀਆਂ ਉਹਨਾਂ ਨੂੰ ਐਜ਼ ਏ ਨੈਸ਼ਨਲ ਲੀਡਰ ਬਣਾਉਣ ਲਈ ਬਹੁਤ ਹੀ ਫਾਇਦੇਮੰਦ ਰਹੀਆਂ। ਚੰਪਰਨ ਦੇ ਵਿੱਚ ਉਹਨਾਂ ਦੀ ਬੱਲੇ ਬੱਲੇ ਹੋ ਗਈ। ਉਸ ਤੋਂ ਬਾਅਦ ਉਹਨਾਂ ਨੇ ਅਹਿਮਦਾਬਾਦ ਮਿਲ ਸਟ੍ਰਾਈਕ ਦੇ ਵਿੱਚ ਉਹਨਾਂ ਨੇ ਆਪਣਾ ਬਹੁਤ ਵੱਡਾ ਨਾਮ ਕਮਾਇਆ। ਠੀਕ ਹੈ, ਉਸ ਤੋਂ ਬਾਅਦ ਉਹਨਾਂ ਨੇ ਖੇੜਾ ਸੱਤਿਆਗ੍ਰਹਿ ਦੇ ਉੱਤੇ ਮਤਲਬ ਬਹੁਤ ਨਾਮ ਕਮਾਇਆ। ਇਹ ਸਾਰੇ ਜਿੰਨੇ ਵੀ ਸੀਗੇ ਤਿੰਨੇ ਦੇ ਤਿੰਨੇ ਬਹੁਤ ਹੀ ਐਕਸਟ੍ਰੀਮਲੀ ਸਕਸੈਸਫੁਲ ਰਹੇ, ਅਤੇ ਉਹਨਾਂ ਦੇ ਲਈ ਬਹੁਤ ਹੈਲਪਫੁਲ ਰਹੇ। ਉਹਨਾਂ ਨੂੰ ਐਜ਼ ਏ ਨੈਸ਼ਨਲ ਲੀਡਰ ਬਣਨ ਦੇ ਵਿੱਚ ਬਹੁਤ ਹੀ ਹੈਲਪ ਕੀਤੀ। ਠੀਕ ਹੈ, ਫਸਟ ਸੱਤਿਆਗ੍ਰਹਿ ਚੰਪਰਨ ਦੇ ਵਿੱਚ ਇੰਡੀਆ ਦੀ ਗੱਲ ਕਰੀਏ ਤਾਂ ਆਪਾਂ। ਠੀਕ ਹੈ, ਫਸਟ ਫਾਸਟ ਕਿੱਥੇ ਹੋਇਆ? ਅਹਿਮਦਾਬਾਦ ਮਿਲ ਸਟ੍ਰਾਈਕ। ਫਸਟ ਨਾਨ ਕਾਰਪੋਰੇਸ਼ਨ ਕਿੱਥੇ ਹੋਈ? ਖੇੜਾ ਸੱਤਿਆਗ੍ਰਹਿ ਦੇ ਦੌਰਾਨ। ਠੀਕ ਹੈ, ਸੋ ਤੁਹਾਨੂੰ ਚੰਪਰਨ ਦਾ ਮੈਂ ਕਾਰਨ ਦੱਸਤਾ ਵੀ ਚੰਪਰਨ ਦੇ ਵਿੱਚ ਕਿਉਂ ਹੋਇਆ ਸੀਗਾ। ਠੀਕ ਹੈ, ਸੋ ਆਪਾਂ ਨੈਕਸਟ ਮੂਵ ਕਰਦੇ ਹਾਂ। ਸੋ ਹੂ ਵਾਜ਼ ਦਾ ਫਸਟ ਪਰਸਨ ਟੂ ਕਾਲ ਮਹਾਤਮਾ ਗਾਂਧੀ ਐਜ਼ ਏ ਫਾਦਰ ਆਫ ਨੇਸ਼ਨ? ਇਹ ਸਾਰਿਆਂ ਨੂੰ ਪਤਾ ਹੋਊਗਾ, ਸੁਭਾਸ਼ ਚੰਦਰ ਬੋਸ ਜੀ ਨੇ ਪਹਿਲੀ ਵਾਰੀ ਕਿਹਾ ਸੀਗਾ ਮਹਾਤਮਾ ਗਾਂਧੀ ਨੂੰ ਐਜ਼ ਏ ਫਾਦਰ ਆਫ ਨੇਸ਼ਨ। ਠੀਕ ਹੈ, ਸੋ ਦ ਪ੍ਰੀਫਿਕਸ ਮਹਾਤਮਾ ਵਾਜ਼ ਐਡਿਡ ਵਿਦ ਦ ਨੇਮ ਆਫ ਦਾ ਗਾਂਧੀ। ਸੋ ਜਿਹੜਾ ਮਹਾਤਮਾ ਦਾ ਜਿਹੜਾ ਉਹਨਾਂ ਅੱਗੇ ਖਿਤਾਬ ਲੱਗਿਆ ਹੋਇਆ, ਪ੍ਰੀਫਿਕਸ ਲੱਗਿਆ ਹੋਇਆ, ਉਹਨਾਂ ਨੂੰ ਕਿਹੜੇ ਸੱਤਿਆਗ੍ਰਹਿ ਦੇ ਦੌਰਾਨ ਇਹਨਾਂ ਨੂੰ ਮਿਲਿਆ ਸੀ? ਤਾਂ ਆਪਣਾ ਆਨਸਰ ਆ ਜਾਊਗਾ ਡਿਊਰਿੰਗ ਦੀ ਚੰਪਰਨ ਸੱਤਿਆਗ੍ਰਹਿ ਦੇ ਦੌਰਾਨ ਇਹਨਾਂ ਨੂੰ ਜਿਹੜਾ ਮਹਾਤਮਾ ਦਾ ਜਿਹੜਾ ਟੈਗ ਹੈ ਉਹ ਮਿਲਿਆ ਸੀਗਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਇਹ ਚੀਜ਼। ਸੋ ਇਹਨਾਂ ਨੂੰ ਚੰਪਰਨ ਦਾ ਜਿਹੜਾ ਮਹਾਤਮਾ ਦਾ ਖਿਤਾਬ ਕਿਹੜੇ ਸੱਤਿਆਗ੍ਰਹਿ ਦੇ ਦੌਰਾਨ ਮਿਲਿਆ? ਚੰਪਰਨ ਸੱਤਿਆਗ੍ਰਹਿ ਦੇ ਦੌਰਾਨ ਇਹਨਾਂ ਨੂੰ ਮਹਾਤਮਾ ਦਾ ਖਿਤਾਬ ਮਿਲਿਆ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਤਾਂ। ਅਤੇ ਜਿਹੜਾ ਉੱਪਰ ਵਾਲਾ ਹੈਗਾ ਵੀ ਫਾਦਰ ਆਫ ਨੇਸ਼ਨ ਕਿਹਨੇ ਕਿਹਾ ਸੀ? ਸੁਭਾਸ਼ ਚੰਦਰ ਬੋਸ ਨੇ ਕਿਹਾ। ਸਾਰਿਆਂ ਨੂੰ ਪਤਾ ਹੋਊਗਾ ਆਲਮੋਸਟ। ਅਤੇ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਵਿਚ ਆਫ ਦਾ ਫੋਲੋਇੰਗ ਮੂਵਮੈਂਟ ਇਜ਼ ਨਾਟ ਰਿਲੇਟਿਡ ਵਿਦ ਦਾ ਗਾਂਧੀ ਜੀ?
ਸੋ ਕਿਹੜੀ ਹੈ ਜੀ ਮੂਵਮੈਂਟ ਹੈਗੀ ਹੈ ਜੋ ਗਾਂਧੀ ਜੀ ਦੇ ਨਾਲ ਰਿਲੇਟਡ ਨਹੀਂ ਹੈਗੀ, ਤਾਂ ਆਪਣਾ ਆਨਸਰ ਆ ਜਾਊਗਾ ਸਵਦੇਸ਼ੀ ਮੂਵਮੈਂਟ, ਕਿਉਂਕਿ ਸਵਦੇਸ਼ੀ ਮੂਵਮੈਂਟ ਦੇ ਦੌਰਾਨ ਉਹ ਸਾਊਥ ਅਫਰੀਕਾ ਦੇ ਵਿੱਚ ਸੀਗਾ। ਬਾਕੀ ਆਪਾਂ ਖਿਲਾਫਤ ਮੂਵਮੈਂਟ ਦੀ ਗੱਲ ਕਰ ਰਹੀਏ, ਇੰਡੀਵਿਜੂਅਲ ਸੱਤਿਆਗ੍ਰਹਿ ਜਿਹੜਾ ਕਿ ਪ੍ਰੋਪਰਲੀ ਗਾਂਧੀ ਜੀ ਨੇ ਜੇ ਸਟਾਰਟ ਕਰਵਾਇਆ ਸੀਗਾ, ਪਰ ਜਿਹੜਾ ਫਸਟ ਪਰਸਨ ਸੀਗੇ ਜਿਨ੍ਹਾਂ ਨੇ ਸੱਤਿਆਗ੍ਰਹਿ ਸਟਾਰਟ ਕੀਤਾ ਸੀ, ਆਪਣਾ ਆਨਸਰ ਆ ਜਾਊਗਾ ਵਿਨੋਦ ਭਾਵੇ ਨੇ ਫਸਟ ਇੰਡੀਵਿਜੂਅਲ ਸੱਤਿਆਗ੍ਰਹਿ ਸਟਾਰਟ ਕੀਤਾ ਸੀ। ਫਿਰ ਦੂਜਾ ਜਿਹੜਾ ਸੱਤਿਆਗ੍ਰਹਿ ਸੀਗਾ, ਸੈਕਿੰਡ ਇੰਡੀਵਿਜੂਅਲ ਸੱਤਿਆਗ੍ਰਹਿ ਕਿਹਨੇ ਸਟਾਰਟ ਕੀਤਾ ਸੀਗਾ, ਜਵਾਹਰ ਲਾਲ ਨਹਿਰੂ ਨੇ। ਸੋ ਆਪਾਂ ਅੱਗੇ ਜਾ ਕੇ ਜਦੋਂ ਕੁਇਟ ਇੰਡੀਆ ਮੂਵਮੈਂਟ ਪੜ੍ਹਾਂਗੇ ਉਦੋਂ ਦੀ ਗੱਲ ਕਰ ਰਹੇ ਹਾਂ, ਉਦੋਂ ਹੋਏ ਸੀਗੇ ਇੰਡੀਵਿਜੂਅਲ ਸੱਤਿਆਗ੍ਰਹਿ। ਖਿਲਾਫਤ ਮੂਵਮੈਂਟ ਹੋਈ ਸੀਗੀ 1921 ਤੇ 22 ਦੇ ਵਿੱਚ, ਇਹ ਸਾਰਿਆਂ ਨੂੰ ਪਤਾ ਹੋਊਗਾ। ਖਿਲਾਫਤ ਮੂਵਮੈਂਟ ਕਿਉਂ ਹੋਈ ਸੀ ਆਪਾਂ ਕੱਲ੍ਹ ਡਿਸਕਸ ਕਰਾਂਗੇ। ਖਿਲਾਫਤ ਨੌਨ ਕਾਰਪੋਰੇਸ਼ਨ ਮੂਵਮੈਂਟ ਕਿਉਂ ਹੋਈ ਸੀ, ਇਹਦੇ ਮੇਜਰ ਲੀਡਰ ਕੌਣ ਸੀ, ਸਾਰਾ ਕੁਝ ਆਪਾਂ ਕੱਲ੍ਹ ਨੂੰ ਡਿਸਕਸ ਕਰਾਂਗੇ ਇਸ ਚੀਜ਼ 'ਤੇ, ਠੀਕ ਹੈ। ਫਿਰ ਕੁਇਟ ਇੰਡੀਆ ਮੂਵਮੈਂਟ ਪਤਾ ਸਾਰਿਆਂ ਨੂੰ 8 ਅਗਸਤ 1942 ਨੂੰ ਹੋਈ ਸੀਗੀ, ਸਾਰਿਆਂ ਨੂੰ ਪਤਾ ਹੋਊਗਾ। ਸੋ ਜਿੰਨੀਆਂ ਵੀ ਖਿਲਾਫਤ ਮੂਵਮੈਂਟ ਲਾ ਲਓ, ਇੰਡੀਵਿਜੂਅਲ ਸੱਤਿਆਗ੍ਰਹਿ ਲਾ ਲਓ, ਕੁਇਟ ਇੰਡੀਆ ਮੂਵਮੈਂਟ, ਸਾਰਿਆਂ ਦੇ ਪਿੱਛੇ ਗਾਂਧੀ ਜੀ ਸੀਗੇ। ਬਾਕੀ ਸਵਦੇਸ਼ੀ ਮੂਵਮੈਂਟ ਦੇ ਦੌਰਾਨ ਉਹ ਆਪਣਾ ਕਹਿ ਸਕਦੇ ਹਾਂ ਵੀ ਸਾਊਥ ਅਫਰੀਕਾ ਦੇ ਵਿੱਚ ਆਪਣਾ ਸੱਤਿਆਗ੍ਰਹਿ ਪ੍ਰੈਕਟਿਸ ਕਰ ਰਹੇ ਸੀਗੇ। ਉਹ ਇੰਡੀਆ ਦੇ ਵਿੱਚ ਨਹੀਂ ਆਏ ਸੀਗੇ। ਇੰਡੀਆ ਦੇ ਵਿੱਚ ਕਦੋਂ ਆਏ, 1915 ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਣਾ। ਪਹਿਲਾ ਸੱਤਿਆਗ੍ਰਹਿ ਕਿਹੜਾ ਸੀ, ਚੰਪਾਰਨ ਦਾ ਸੀਗਾ। ਪਹਿਲਾ ਫਾਸਟ ਕਿਹੜਾ ਸੀਗਾ, ਅਹਿਮਦਾਬਾਦ ਮਿਲ ਸਟ੍ਰਾਈਕ। ਪਹਿਲਾ ਨੌਨ ਕਾਰਪੋਰੇਸ਼ਨ ਕਿਹੜਾ ਸੀਗਾ, ਖੇੜਾ ਸੱਤਿਆਗ੍ਰਹਿ, ਠੀਕ ਹੈ। ਸੋ ਤੁਸੀਂ ਲਿਖ ਵੀ ਸਕਦੇ ਹੋ ਇਹਨਾਂ ਚੀਜ਼ਾਂ ਨੂੰ, ਬਾਕੀ ਜਿਵੇਂ ਤੁਹਾਨੂੰ ਕਨਵੀਨੀਅੰਟ ਲੱਗਦਾ, ਨੋਟਸ ਵੀ ਮਿਲ ਜਾਣਗੇ ਤੁਹਾਨੂੰ, ਲਿਖ ਵੀ ਸਕਦੇ ਹੋ, ਠੀਕ ਹੈ। ਜਿਵੇਂ ਵੀ ਤੁਹਾਨੂੰ ਕਨਵੀਨੀਅੰਟ ਲੱਗਦਾ ਉਵੇਂ ਕਰ ਸਕਦੇ ਹੋ, ਠੀਕ ਹੈ। ਅਤੇ ਵਾਰ-ਵਾਰ ਮੈਂ ਚੀਜ਼ਾਂ ਰਿਪੀਟ ਕਿਉਂ ਕਰ ਰਿਹਾ, ਕਿਉਂਕਿ ਮੈਂ ਚਾਹੁੰਦਾ ਵੀ ਜਦੋਂ ਤੁਸੀਂ ਆਹ ਲੈਕਚਰ ਖਤਮ ਕਰਕੇ ਜਾਓ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਹੋਣ। ਆਪਣਾ ਮੇਨ ਏਮ ਹੈ ਤੁਹਾਨੂੰ ਯਾਦ ਕਰਾਉਣਾ, ਨਾ ਕਿ ਇਹ ਸਿਰਫ ਦੱਸਣਾ, ਤੁਹਾਨੂੰ ਡਿਕਟੇਟ ਕਰਨਾ। ਪੂਰੀ ਕਹਾਣੀ ਦੱਸੀ ਜਾ ਰਹੀ ਹੈ ਵੀ ਉਸ ਕੁਐਸਚਨ ਪਿੱਛੇ ਕਹਾਣੀ ਕੀ ਹੈ। ਸੀਕੁਐਂਸ ਦੇ ਨਾਲ ਆਪਾਂ ਕੁਐਸਚਨ ਕਰ ਰਹੇ ਹਾਂ, ਇੱਦਾਂ ਨਹੀਂ ਰੈਂਡਮ ਕੁਐਸਚਨ ਪੁੱਛੇ ਜਾ ਰਹੇ ਆ, ਸੀਕੁਐਂਸ ਦੇ ਨਾਲ ਕਰ ਰਹੇ ਹਾਂ। ਹੁਣ ਤੁਹਾਨੂੰ ਪਹਿਲਾਂ ਹੋਮ ਰੂਲ ਲੀਗ ਮੂਵਮੈਂਟ ਪੜ੍ਹੀ ਜਿਹੜੀ 1915-16, ਫਿਰ ਗਾਂਧੀ ਜੀ ਆਏ, ਆਪਾਂ ਉਹਨਾਂ ਬਾਰੇ ਪੜ੍ਹ ਰਹੇ ਹਾਂ। ਫਿਰ ਉਸ ਤੋਂ ਬਾਅਦ ਆਪਾਂ ਨੌਨ ਕਾਰਪੋਰੇਸ਼ਨ ਮੂਵਮੈਂਟ ਬਾਰੇ ਪੜ੍ਹਾਂਗੇ। ਉਸ ਤੋਂ ਬਾਅਦ ਆਪਾਂ ਜਿਹੜੇ ਆਪਣਾ ਪੂਰਨਾ ਸਵਰਾਜ ਹੋਇਆ, ਸਿਵਲ ਡਿਸਓਬੀਡੈਂਸ ਮੂਵਮੈਂਟ ਹੋਈ, ਕੁਇਟ ਇੰਡੀਆ ਮੂਵਮੈਂਟ ਹੋਈ, ਤਾਂ ਇੰਡੀਪੈਂਡੈਂਸ ਵੱਲ ਆਪਾਂ ਐਸੇ ਢੰਗ ਦੇ ਨਾਲ ਮੂਵ ਕਰ ਜਾਵਾਂਗੇ, ਠੀਕ ਹੈ ਜੀ। ਸੋ ਆਪਾਂ ਬਹੁਤ ਹੀ ਫਾਰਮੈਟ ਦੇ ਵਿੱਚ ਕਰਨਾ ਚੀਜ਼ਾਂ ਨੂੰ, ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ, ਇਨ ਵਿਚ ਆਫ ਦ ਫੋਲੋਇੰਗ ਸੱਤਿਆਗ੍ਰਹਿ ਮੂਵਮੈਂਟ ਡਿਡ ਗਾਂਧੀ ਜੀ ਡਿਡ ਨਾਟ ਪਾਰਟੀਸਪੇਟ ਡਾਇਰੈਕਟਲੀ। ਸੋ ਇਹਨਾਂ ਕਿਹੜੀਆਂ ਮੂਵਮੈਂਟ ਦੇ ਵਿੱਚ ਗਾਂਧੀ ਜੀ ਨੇ ਡਾਇਰੈਕਟਲੀ ਪਾਰਟੀਸਪੇਟ ਨਹੀਂ ਕੀਤਾ, ਤਾਂ ਆਪਣਾ ਆਨਸਰ ਆ ਜਾਊਗਾ ਵਾਇਆਕੋਮ ਸੱਤਿਆਗ੍ਰਹਿ ਦੇ ਵਿੱਚ ਇਹਨਾਂ ਨੇ ਡਾਇਰੈਕਟਲੀ ਪਾਰਟੀਸਪੇਟ ਨਹੀਂ ਕੀਤਾ ਸੀਗਾ। ਸੋ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਵੀ ਵਾਇਆਕੋਮ ਸੱਤਿਆਗ੍ਰਹਿ ਨੂੰ ਕੌਣ ਲੀਡ ਕਰ ਰਿਹਾ ਸੀਗਾ। ਰਾਜਕੋਟ ਸੱਤਿਆਗ੍ਰਹਿ ਵੀ ਗਾਂਧੀ ਜੀ ਨੇ ਕੀਤਾ ਸੀਗਾ, ਪਰ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਨਹੀਂਗਾ ਰਾਜਕੋਟ ਸੱਤਿਆਗ੍ਰਹਿ। ਸੋ ਖੇੜਾ ਸੱਤਿਆਗ੍ਰਹਿ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਖੇੜਾ ਸੱਤਿਆਗ੍ਰਹਿ ਦੇ ਦੌਰਾਨ ਹੀ ਉਹਨਾਂ ਨੇ ਨੌਨ ਕਾਰਪੋਰੇਸ਼ਨ ਦਾ ਜਿਹੜਾ ਪਹਿਲੀ ਵਾਰੀ ਮਤਲਬ ਵੈਪਨ ਸੀਗਾ, ਇੱਕ ਪੀਸਫੁਲ ਵੈਪਨ ਸੀਗਾ, ਉਹਨੂੰ ਯੂਜ਼ ਕੀਤਾ ਸੀਗਾ ਅਗੇਂਸਟ ਦੀ ਬ੍ਰਿਟਿਸ਼ ਗੌਰਮੈਂਟ। ਅਤੇ ਜੇ ਆਪਾਂ ਨੂੰ ਪੁੱਛ ਲਿਆ ਜਾਵੇ ਪਹਿਲਾ ਸੱਤਿਆਗ੍ਰਹਿ ਕਿੱਥੇ ਹੋਇਆ ਸੀਗਾ, ਚੰਪਾਰਨ ਦੇ ਵਿੱਚ ਹੋਇਆ ਸੀਗਾ, ਪਹਿਲਾ ਫਾਸਟ ਅਗੇਂਸਟ ਦੀ ਅਹਿਮਦਾਬਾਦ ਮਿਲ ਸਟ੍ਰਾਈਕ, ਠੀਕ ਹੈ ਜੀ। ਸੋ ਰਾਜਕੋਟ ਸੱਤਿਆਗ੍ਰਹਿ ਦੇ ਨਾਲ ਗਾਂਧੀ ਜੀ ਨਹੀਂ ਜੁੜੇ ਹੋਏ, ਬਾਕੀ ਵਾਇਆਕੋਮ ਸੱਤਿਆਗ੍ਰਹਿ ਦੇ ਨਾਲ ਨਹੀਂ ਜੁੜੇ ਹੋਏ, ਬਾਕੀ ਸਾਰੇ ਸੱਤਿਆਗ੍ਰਹਿ ਦੇ ਨਾਲ ਗਾਂਧੀ ਜੀ ਜੁੜੇ ਹੋਏ, ਜਿਵੇਂ ਕਿ ਨੌਨ ਕਾਰਪੋਰੇਸ਼ਨ ਮੂਵਮੈਂਟ, ਖੇੜਾ ਸੱਤਿਆਗ੍ਰਹਿ, ਰਾਜਕੋਟ ਸੱਤਿਆਗ੍ਰਹਿ। ਸੋ ਰਾਜਕੋਟ ਬਹੁਤ ਹੀ ਅਨਕੋਮਨ ਜਿਹਾ ਹੈਗਾ। ਵਾਇਆਕੋਮ ਸਾਰਿਆਂ ਨੂੰ ਪਤਾ ਵੀ ਇਹਨਾਂ ਨੇ ਲੀਡ ਨਹੀਂ ਕੀਤਾ। ਜਿਹੜੇ ਵੀ ਐਸਪੀਰੈਂਟ ਹੈਗੇ ਆ ਉਹਨਾਂ ਦੇ ਲੀਡਰ ਦਾ ਨਾਮ ਹੀ ਪਤਾ ਹੋਊਗਾ ਵਾਇਆਕੋਮ ਦੇ, ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਣਾ, ਠੀਕ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਲਾਸਟ ਕੁਐਸਚਨ ਆਪਣਾ। ਸੋ ਐਟ ਦਾ ਟਾਈਮ ਆਫ ਇੰਡੀਅਨ ਇੰਡੀਪੈਂਡੈਂਸ ਮਹਾਤਮਾ ਗਾਂਧੀ ਵਾਸ। ਸੋ ਜਦੋਂ ਇੰਡੀਆ ਆਜ਼ਾਦ ਹੋਇਆ ਸੀਗਾ, ਮਹਾਤਮਾ ਗਾਂਧੀ ਕਾਂਗਰਸ ਦੇ ਮੈਂਬਰ ਸੀਗੇ, ਨਹੀਂ ਸੀਗੇ, ਕਿਵੇਂ ਸੀਗਾ, ਜਾਂ ਉਹ ਕੀ ਚਾਹੁੰਦੇ ਸੀਗੇ। ਮਹਾਤਮਾ ਗਾਂਧੀ ਕਾਂਗਰਸ ਦੇ ਮੈਂਬਰ ਨਹੀਂ ਸੀਗੇ। ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣਾ, ਜੇ ਅਗਰ ਤੁਸੀਂ ਮੇਰੀ ਇੱਕ ਮਿਕਸ ਕੁਐਸਚਨ ਵਾਲੀ ਸੀਰੀਜ਼ ਲਾਈ, ਤੁਹਾਨੂੰ ਪਤਾ ਹੋਊਗਾ ਮੈਂ ਉਹਦੇ ਵਿੱਚ ਕੁਐਸਚਨ ਦੱਸਿਆ ਵੀ ਸੀਗਾ ਵੀ ਮਹਾਤਮਾ ਗਾਂਧੀ ਚਾਹੁੰਦੇ ਸੀਗੇ ਵੀ ਹਾਂ ਹੁਣ ਕਾਂਗਰਸ ਦਾ ਜਦੋਂ ਆਜ਼ਾਦ ਹੋਣ ਤੋਂ ਬਾਅਦ ਦੀ ਗੱਲ ਕਰੀਏ ਤਾਂ ਹੁਣ ਕਾਂਗਰਸ ਦਾ ਜਿਹੜਾ ਕੰਮ ਹੈਗਾ ਪੂਰਾ ਹੋ ਗਿਆ, ਹੁਣ ਉਹਨੂੰ ਇੱਕ ਤਰ੍ਹਾਂ ਦਾ ਵੈਨਿਸ਼ ਹੋ ਜਾਣਾ ਚਾਹੀਦਾ, ਖਤਮ ਹੋਣਾ ਚਾਹੀਦਾ। ਨਵੀਂ ਜਿਹੜੀ ਚੀਜ਼ ਲਈ ਆਪਾਂ ਫਰੀਡਮ ਲਈ ਮਤਲਬ ਇੰਨਾ ਸਟਰਗਲ ਕੀਤਾ, ਇੱਕ ਪ੍ਰੋਪਰ ਗੌਰਮੈਂਟ ਚੂਜ਼ ਕੀਤੀ ਜਾਵੇ ਲੋਕਾਂ ਦੁਆਰਾ, ਲੋਕੀ ਪਾਰਟੀ ਬਣਾਉਣ, ਨਾ ਕਿ ਕਾਂਗਰਸ ਹੀ ਰੂਲ ਕਰੇ। ਕਾਂਗਰਸ ਦਾ ਮੇਨ ਏਮ ਸੀਗਾ ਆਜ਼ਾਦੀ ਦਿਵਾਉਣਾ, ਨਾ ਕਿ ਇੰਡੀਆ ਉੱਤੇ ਰਾਜ ਕਰਨਾ। ਸੋ ਗਾਂਧੀ ਜੀ ਚਾਹੁੰਦੇ ਸੀ ਕਾਂਗਰਸ ਨੂੰ ਖਤਮ ਕਰ ਦਿੱਤਾ ਜਾਵੇ, ਠੀਕ ਹੈ। ਵਿਚ ਆਫ ਦ ਫੋਲੋਇੰਗ ਮੂਵਮੈਂਟ ਡਿਡ ਮਹਾਤਮਾ ਗਾਂਧੀ ਜੀ ਮੇਕ ਦਾ ਫਸਟ ਯੂਜ਼ ਆਫ ਹੰਗਰ ਸਟ੍ਰਾਈਕ ਐਜ਼ ਏ ਵੈਪਨ। ਸੋ ਅਹਿਮਦਾਬਾਦ ਮਿਲ ਸਟ੍ਰਾਈਕ ਦੇ ਵਿੱਚ ਗਾਂਧੀ ਜੀ ਨੇ ਫਸਟ ਵਾਰੀ ਜਿਹੜਾ ਹੰਗਰ ਦਾ ਇਸਤੇਮਾਲ ਕੀਤਾ ਸੀ ਐਜ਼ ਏ ਪੀਸਫੁਲ ਵੈਪਨ ਅਗੇਂਸਟ ਦੀ ਬ੍ਰਿਟਿਸ਼ ਗੌਰਮੈਂਟ। ਇਹ ਵਾਰੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ। ਫਸਟ ਸੱਤਿਆਗ੍ਰਹਿ ਕਿਹੜਾ ਸੀ, ਚੰਪਾਰਨ ਸੱਤਿਆਗ੍ਰਹਿ। ਫਾਸਟ ਕਿੱਥੇ ਉਹਨਾਂ ਨੇ ਅਪਲਾਈ ਕੀਤਾ, ਤਾਂ ਆਪਣਾ ਆਨਸਰ ਆ ਜਾਊਗਾ ਅਹਿਮਦਾਬਾਦ ਮਿਲ ਸਟ੍ਰਾਈਕ ਦੇ ਵਿੱਚ, ਠੀਕ ਹੈ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ, ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ, ਠੀਕ ਹੈ। ਸੋ ਥੈਂਕ ਯੂ ਸੋ ਮਚ।